ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡੇ ਦੇ ਲੋਕਾਂ ਨਾਲ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ਚੋਂ ਧੂੰਆਂ ਕੱਢਣ ਦਾ ਵਾਅਦਾ ਕਰਕੇ ਵਿੱਤ ਮੰਤਰੀ ਬਣੇ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਣ ਲੱਗਾ, ਜਿਸ ਦਾ ਜਵਾਬ ਅੱਜ ਖੁਦ ਮਨਪ੍ਰੀਤ ਸਿੰਘ ਬਾਦਲ ਨੂੰ ਦੇਣਾ ਪਿਆ ਹੈ। ਚੰਡੀਗੜ੍ਹ ਦੇ ਵਿੱਚ ਇੱਕ ਖਾਸ ਪ੍ਰੈਸ ਕਾਨਫਰੰਸ ਕਰਕੇ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਥਰਮਲ ਪਲਾਂਟ ਨੂੰ ਬੰਦ ਕਰ ਦੇਣਾ ਹੀ ਸਹੀ ਫੈਸਲਾ ਹੈ, ਕਿਉਂਕਿ ਉਸ ਨਾਲ ਪੰਜਾਬ ਨੂੰ ਫਾਇਦੇ ਦੀ ਥਾਂ ਨੁਕਸਾਨ ਹੋ ਰਿਹਾ ਸੀ। ਮਨਪ੍ਰੀਤ ਨੇ ਇਹ ਵੀ ਦਾਅਵਾ ਕਰ ਦਿੱਤਾ ਹੈ ਕਿ ਇਸ ਫੈਸਲੇ ਨਾਲ ਬਠਿੰਡੇ ਦੇ ਲੋਕ ਬਹੁਤ ਖੁਸ਼ ਨੇ। ਇੱਕ ਤਾਸੁਰ ਪੈਦਾ ਕੀਤਾ ਜਾ ਰਿਹਾ ਹੈ ਕਿ ਬਠਿੰਡੇ ਦਾ ਜਿਹੜਾ ਪਾਵਰ ਸਟੇਸ਼ਨ ਹੈ, ਥਰਮਲ ਪਲਾਂਟ ਹੈ, ਉਹਨੂੰ ਸਰਕਾਰ ਨੇ ਕਿਤੇ ਵੇਚਤਾ ਹੈ, ਇਹ ਬੰਦ ਕਰ ਦਿੱਤਾ ਹੈ ਔਰ ਇਹ ਕੋਈ ਲੋਕਾਂ ਦੇ ਜਿਹੜੇ ਹਿੱਤ ਹੈ ਇਹਦੇ ਨਾਲ ਕੋਈ ਪੰਜਾਬ ਸਰਕਾਰ ਧਰੋ ਕਰ ਰਹੀ ਹੈ। ਸੋ ਸਭ ਤੋਂ ਪਹਿਲਾਂ ਤਾਂ ਕਿਉਂਕਿ ਆ ਕੈਮਰੇ ਦੀਆਂ ਕਾਲੀਆਂ ਅੱਖਾਂ ਦੇ ਜ਼ਰੀਏ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ, ਭਰੋਸਾ, ਇਤਬਾਰ, ਯਕੀਨ ਦਿਵਾਉਣਾ ਚਾਹੁੰਦਾ ਕਿ ਜਿਸ ਵੇਲੇ ਸਰਕਾਰ ਬਣਦੀ ਹੈ, ਮੰਤਰੀ ਬਣਦੇ ਹੈ, ਮੁੱਖ ਮੰਤਰੀ ਬਣਦੇ ਹੈ, ਤਾਂ ਉਹ ਮੁਲਕ ਪ੍ਰਤੀ ਔਰ ਆਪਣੀ ਕੌਮ ਪ੍ਰਤੀ ਇੱਕ ਵਫਾਦਾਰੀ ਦੀ ਹਲਫ ਲੈਂਦੇ ਆ, ਪਰਮਾਤਮਾ ਦੇ ਅੱਗੇ ਵਫਾਦਾਰੀ ਦੀ ਹਲਫ ਲੈਂਦੇ ਕਿ ਜੋ ਵੀ ਫੈਸਲੇ ਹੋਣਗੇ ਇਹ ਮੁਲਕ ਤੇ ਕੌਮ ਦੇ ਹਿੱਤ 'ਚ ਹੋਣਗੇ। ਸੋ ਇਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇਹੀ ਸੀ ਕਿ ਪਹਿਲਾਂ ਤਾਂ ਕਿ ਬਠਿੰਡਾ ਜਿਹੜਾ ਪਾਵਰ ਸਟੇਸ਼ਨ ਹੈ ਇਹ ਬੰਦ ਕਿਉਂ ਕੀਤਾ ਗਿਆ, ਤੇ ਹੁਣ ਜਦੋਂ ਬੰਦ ਹੋ ਗਿਆ ਤਾਂ ਅੱਗੇ ਇਸ ਪਾਵਰ ਸਟੇਸ਼ਨ ਦਾ ਅਸੀਂ ਕੀ ਕਰਨਾ। ਸੋ ਬਠਿੰਡਾ ਜਿਹੜਾ ਪਾਵਰ ਸਟੇਸ਼ਨ ਬੰਦ ਹੋਇਆ, ਇਹਦੇ ਤਿੰਨ ਪਹਿਲੂ ਨੇ। ਇੱਕ ਤਾਂ ਕਮਰਸ਼ੀਅਲ ਹੈ, ਇੱਕ ਇਨਵਾਇਰਮੈਂਟਲ ਹੈ ਤੇ ਇੱਕ ਐਡਮਿਨਿਸਟ੍ਰੇਟਿਵ ਹੈ। ਕਮਰਸ਼ੀਅਲ ਤਾਂ ਇਹਦਾ ਇਹ ਹੈ ਕਿ ਜਿਹਨੂੰ ਪਲਾਂਟ ਲੋਡ ਫੈਕਟਰ ਕਹਿੰਦੇ ਆ, ਕਿ ਇਹ ਜਿਹੜਾ ਬਿਜਲੀ ਘਰ ਹੈ ਇਹਦੇ ਇੱਕ ਜੇ ਉਹ 24 ਘੰਟੇ ਚੱਲਦਾ ਹੈ ਤਾਂ ਉਹਨੂੰ ਇੱਕ ਦਿਨ ਮੰਨਦੇ ਆ। ਔਰ ਬਠਿੰਡਾ ਸਟੇਸ਼ਨ ਦੇ ਜਿਹੜਾ ਪਲਾਂਟ ਲੋਡ ਫੈਕਟਰ ਸੀਗਾ ਇਹ 7.23 ਰਹਿ ਗਿਆ ਸੀ। ਇਹਦਾ ਮਤਲਬ 92% ਇਹ ਬੰਦ ਰਹਿੰਦਾ ਸੀ, ਇਹਨੂੰ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੀ, ਪਾਵਰ ਸਰਪਲਸ ਹੋ ਗਈ ਸੀ। ਸੋ ਪਲਾਂਟ ਲੋਡ ਫੈਕਟਰ ਜੇ 7.23 ਹੋਵੇ ਤਾਂ ਫਿਰ ਉਹਨੂੰ ਚਲਾਉਣ ਦਾ ਜਾਂ ਉਹਨੂੰ ਰੱਖਣ ਦਾ ਇਹ ਜਿਹੜਾ ਕੋਈ ਐਡਮਿਨਿਸਟ੍ਰੇਟਿਵ ਡਿਸੀਜਨ ਹੈ। ਦੂਸਰਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇੱਕ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਹੈ, ਉਹਦੀਆਂ ਗਾਈਡਲਾਈਨਸ ਹੈ ਔਰ ਉਹਨਾਂ ਗਾਈਡਲਾਈਨਸ ਦੇ ਮੁਤਾਬਿਕ ਜੋ ਵੀ ਇੰਡੀਆ ਦੇ ਵਿੱਚ ਥਰਮਲ ਸਟੇਸ਼ਨ ਹੈਗੇ ਜਿਹੜੇ 25 ਸਾਲ ਦੀ ਬੁਨਿਆਦ ਪੂਰੀ ਕਰ ਚੁੱਕੇ ਹੈ, ਉਹਨਾਂ ਨੂੰ ਜੇ ਅਨਇਕਨੋਮਿਕਲ ਹੋਣ ਤਾਂ ਉਹਨਾਂ ਨੂੰ ਬੰਦ ਕਰਨਾ ਇਹ ਗਾਈਡਲਾਈਨ ਦੇ ਹਿੱਸੇ 'ਚ ਆਉਂਦਾ। ਔਰ ਬਠਿੰਡੇ ਦਾ ਜਿਹੜਾ ਸਟੇਸ਼ਨ ਸੀਗਾ ਇਹ 38 ਤੋਂ 43 ਸਾਲ ਉਮਰ ਪੂਰੀ ਕਰ ਚੁੱਕਿਆ ਸੀਗਾ। ਤੀਸਰਾ ਸੀਗਾ ਕਿ ਜਿਹੜੀ ਇਹਦੀ ਪਾਵਰ ਦੀ ਕਾਸਟ ਸੀਗੀ ਇਹ ਬਠਿੰਡੇ ਦੇ ਵਿੱਚ ਇਹ 7 ਰੁਪਏ ਤੇ 70 ਪੈਸੇ ਆ ਰਹੀ ਸੀ, ਜਿਹੜੀ ਕਿ ਅੱਜ ਜਦੋਂ ਆਪਾਂ ਬੈਠੇ ਹਾਂ, ਅੱਜ ਪੰਜਾਬ ਨੇ ਬਿਜਲੀ ਖਰੀਦੀ ਹੈ 2 ਰੁਪਏ 30 ਪੈਸੇ ਤੇ 2 ਰੁਪਏ 70 ਪੈਸੇ ਤੇ ਇੱਕ ਮੈਰਿਟ ਆਰਡਰ ਹੁੰਦਾ ਕਿ ਸਭ ਤੋਂ ਸਸਤੀ ਬਿਜਲੀ ਕਿੱਥੋਂ ਮਿਲਦੀ ਹੈ ਔਰ ਉਸ ਮੈਰਿਟ ਆਰਡਰ ਦੀ ਤੁਸੀਂ ਉਲੰਘਣਾ ਨਹੀਂ ਕਰ ਸਕਦੇ। ਜੇ ਮੈਨੂੰ ਕਿਸੇ ਹੋਰ ਪਲਾਂਟ ਤੋਂ ਕਿਤੇ ਬਿਜਲੀ ਸਸਤੀ ਮਿਲਦੀ ਹੈ ਤਾਂ ਮੈਂ ਇਹ ਨਹੀਂ ਕਿ ਮੈਂ ਬਠਿੰਡੇ ਵਾਲਾ ਪਲਾਂਟ ਚਲਾਊਂਗਾ ਮਹਿੰਗਾ 7 ਰੁਪਏ 70 ਪੈਸੇ ਵਾਲਾ, ਪਰ ਮੈਂ 2 ਰੁਪਏ ਦੀ 30 ਪੈਸੇ ਦੀ ਬਿਜਲੀ ਨਹੀਂ ਖਰੀਦੂੰਗਾ। ਔਰ ਇਹ ਬੜਾ ਟਰਾਂਸਪੇਰੈਂਟ ਤਰੀਕਾ ਹੈ। ਸੋ ਟੋਟਲ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਪੰਜਾਬ ਦੀ ਬਿਜਲੀ ਜਿਹੜੀ ਸਾਨੂੰ ਅੱਜ ਖਾਸ ਕਰਕੇ ਝੋਨੇ ਵਾਸਤੇ ਮਿਲ ਰਹੀ ਹੈ, ਅੱਜ ਦੇ ਮਹੀਨੇ ਦੇ ਵਿੱਚ ਇਹ 3 ਰੁਪਏ ਤੋਂ ਥੱਲੇ ਮਿਲ ਰਹੀ ਹੈ। ਇੱਕ ਇਹ ਮੈਂ ਇਹ ਵੀ ਵਾਜ਼ੇ ਕਰਨਾ ਚਾਹੁੰਦਾ ਕਿ ਬਠਿੰਡਾ ਜਿਹੜਾ ਪਾਵਰ ਸਟੇਸ਼ਨ ਸੀਗਾ ਇਹਦੇ ਵਿੱਚ ਤਕਰੀਬਨ 1057 ਰੈਗੂਲਰ ਇੰਪਲੋਈ ਸੀਗੇ, ਇਹਦੇ ਵਿੱਚ ਆਊਟਸੋਰਸਡ 131 ਸੀਗੇ ਤੇ ਕੰਟਰੈਕਟ ਤੇ 665 ਸੀਗੇ। ਪੰਜਾਬ ਸਰਕਾਰ ਨੇ ਬਠਿੰਡੇ ਪਲਾਂਟ ਦਾ ਇੱਕ ਵੀ ਇੰਪਲੋਈ, ਚਾਹੇ ਉਹ ਰੈਗੂਲਰ ਸੀ ਚਾਹੇ ਆਊਟਸੋਰਸ ਸੀ,
ਤੇ ਚਾਹੇ ਉਹ ਕੰਟਰੈਕਟ ਸੀ, ਇੱਕ ਵੀ ਬੰਦੇ ਨੂੰ ਨੌਕਰੀ ਤੋਂ ਨਹੀਂ ਕੱਢਿਆ। ਸਾਰੇ ਬੰਦਿਆਂ ਨੂੰ ਉਹਨਾਂ ਨੇ ਆਲਟਰਨੇਟਿਵ ਜਗ੍ਹਾ ਤੇ ਬਠਿੰਡੇ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਤਬਾਦਲਾ ਕਰਤਾ। ਸੋ not a single employee of the Bathinda thermal plant was retrenched। और जिस तरह मैं कहा कि जे 7 रुपए 70 पैसे की बिजली प्रोड्यूस होंगी है तो प्लांट लोड फैक्टर जोड़ा है वो 7.23 है, तो ये प्लांट जोड़ा है ये अनवाइबल हो गया सी। दूसरा मैं ये भी कहना कि जे ये प्लांट को असी रखते हैं तो यदा जोड़ा प्लांट लोड फैक्टर है इट्स अंडर 8, तो यदा जोड़ा मेनटेनेंस लेबर तो एडमिनिस्ट्रेटिव कॉस्ट है ये 110 करोड़ रुपए साल का पैंदा। कोई भी जिम्मेवार सरकार और ये जोड़े अपने टैक्स पेयर के पैसे ते ऐसा गैर जिम्मेवारा फैसला नहीं ले सकती कि असी उन्होंने कंटिन्यू करिए। इस लिहाजा ये पिछले 3 साल तो ये प्लांट बंद पिया सी। और मैं एक गल ये भी जाना थोनू दस के जाऊँगा कि मिनिस्ट्री ऑफ फॉरेस्ट इन्वायरमेंट ते क्लाइमेट चेंज उन्हां दियां हदायतां हैगियां कि जिन्ने भी पंजाब दे विच पावर प्लांट जिहड़े कोल फायर्ड है चल रहे हैं वो FGD, हुण ये एक साइंटिफिक टर्म है, फ्लू गैस डीसल्फराइजेशन, पहला तो वो मशीनां लाणगे, फिर SPM नू कंट्रोल जिहड़ा वो पार्टिकुलेट मैटर है उन्होंने कंट्रोल करन दी मशीनरी लाणगे, ते मरकरी जिहड़ा है ये मरकरी कंट्रोल करन दी भी लाणगे। और जिहड़ा प्लांट उत्थे नहीं लाऊगा ਉਹਦਾ 18 ਲੱਖ रुपया दिहाड़ी ਦਾ ਉਹਦਾ जुर्माना है। ਹੁਣ ਜਿਹੜਾ प्लांट ਚੱਲ ही नहीं रहा ਉਹਦੇ ਤੇ 250-300 करोड़ रुपया पेनल्टी भर के हर साल ਇਹਦੀ पेनल्टी 200-250 करोड़ बनूगी। ਇਹਦਾ भी कोई आइडिया नहीं सीगा। और मैं ਜਾਂਦਾ ਤੁਹਾਨੂੰ ਇਹ ਵੀ ਕਹਾਂਗਾ कि सो इन्वायरमेंटल, एडमिनिस्ट्रेटिव ते कमर्शियल ये 3 कारण सीगे कि बठिंडा का जिहड़ा पावर प्लांट है ये 3 साल पहला पंजाब सरकार ने इनू बंद करने का फैसला किया। हुण सवाल ये रह गया कि एक बार ये प्लांट बंद हो गया, किसी इंप्लॉय की रीट्रेंचमेंट नहीं हुई। और मैं तुहानू ये वसूख ना दस सकदा क्योंकि मैं बठिंडा कंस्टिट्यूएंसी नू रिप्रजेंट करदा। एक साइलेंट मेजोरिटी है, अकाली दल नू दुख हो सकता है, आम आदमी पार्टी नू दुख हो सकता है, पर जिहड़े बठिंडे शहर के लोग है जिन्हां ते सिर ते पिछले 40 साल तो स्वाह डिग्री सी, क्योंकि आफ्टर ऑल ये एडा इन्ना तुसी लखां टन कोला जिहड़ा है जे किते मचाउने हो तो उसदी स्वाह किते ना किते तो डिगूगी। ये बठिंडे शहर के उत्ते डिगदी सी, उन्हां ने तो एक सुख दा साह लिया। हुण सवाल सिर्फ एक इन्ना ही रह गया कि ये जिहड़ा प्लांट है ਇਹਦਾ ਜਿਹੜਾ ਇਹਦੀ ਜਿਹੜੀ ਜ਼ਮੀਨ ਹੈ ਇਹਦਾ ਕੀ ਸਰਕਾਰ ਕੀ ਕਰਨ ਚੱਲੀ ਹੈ, क्योंकि कुछ पेपरां ने लिखता है कि गौरमेंट ने ये ਜ਼ਮੀਨ ਵੇਚ ਦੇਣੀ है। ये तो ਵੇਚਤਾ, ਇਹ ਲੋਕਾਂ ਦੇ ਹਿੱਤ ਜਿਹੜੇ ਹੈ ਗੌਰमेंट ਇਹ ਵੀ ਵੇਚ ਕੇ ਖਾ ਜੂਗੀ। ਸੋ ਇਹਦੇ 3 ਪਹਿਲੂ ਹੈ। ਇੱਕ ਤਾਂ ਬਠਿੰਡੇ ਦੇ ਵਿੱਚ ਕੋਈ 164 ਏਕੜ ਦੇ ਵਿੱਚ ਝੀਲਾਂ ਹੈ, ਪਾਣੀ ਜਿਹੜਾ ਇਹਨੂੰ ਚਲਾਉਣ ਵਾਸਤੇ ਲੋੜ ਸੀ। ਸਰਕਾਰ ਨੇ ਫੈਸਲਾ ਕੀਤਾ ਕਿ ਇਹ ਜਿਹੜੀਆਂ ਝੀਲਾਂ 164 ਏਕੜ 'ਚ ਇਹ ਉਵੇਂ ਹੀ ਰੱਖ ਕੇ ਤੇ ਬਠਿੰਡਾ ਸ਼ਹਿਰ ਦੀ ਜਿਹੜੀ ਵਾਟਰ ਸਪਲਾਈ ਹੈ ਇਹ ਇਹਦਾ ਹਿੱਸਾ ਬਣ ਜਾਣਗੀਆਂ। ਕਿਉਂਕਿ ਸਾਡਾ ਜਿਹੜਾ ਬਠਿੰਡੇ ਦਾ ਪੀਣ ਵਾਲਾ ਪਾਣੀ ਹੈ ਗਰਾਊਂਡ ਵਾਟਰ ਜਿਹੜਾ ਅਨਡਰਿੰਕੇਬਲ ਹੈ, ਤੇ ਜਿੱਦਣ ਨਹਿਰ ਬੰਦ ਹੁੰਦੀ ਹੈ ਕੈਨਾਲ ਬੇਸਡ ਹੈ, ਤੇ ਸਾਡੇ ਕੋਲੇ ਸਟੋਰੇਜ ਦੀ ਕਪੈਸਿਟੀ ਸਿਰਫ 10-12 ਦਿਨਾਂ ਦੀ ਹੈ। ਜੇ ਬੰਦੀ 10-12 ਦਿਨਾਂ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਬਠਿੰਡੇ ਸ਼ਹਿਰ 'ਚ ਪਾਣੀ ਮੁੱਕ ਜਾਂਦਾ ਹੈ। ਸੋ ਗੌਰਮੈਂਟ ਨੇ ਇਹ ਫੈਸਲਾ ਕੀਤਾ ਹੈ ਕਿ 164 ਏਕੜ ਇਹ ਪਾਣੀ ਜਿਹੜਾ ਹੈ ਇਹ ਬਠਿੰਡੇ ਦੀ ਵਾਟਰ ਸਪਲਾਈ ਦਾ ਹਿੱਸਾ ਬਣ ਜਾਊਗਾ। 2.5-3 ਮਹੀਨੇ ਵੀ ਨਹਿਰ ਬੰਦ ਹੋ ਜੇ ਤਾਂ ਬਠਿੰਡੇ ਸ਼ਹਿਰ ਨੂੰ ਪਾਣੀ ਦੀ ਕਮੀ ਨਹੀਂ ਆਏਗੀ। ਦੂਸਰਾ ਇਹਦੇ ਵਿੱਚ ਪਾਵਰ ਕਾਲੋਨੀ ਹੈ ਥਰਮਲ ਪਲਾਂਟ ਦੀ, ਜਿੱਥੇ ਅਫਸਰ ਤੇ ਸਾਰਾ ਅਮਲਾ ਰਹਿੰਦਾ ਸੀ, ਇਹ 280 ਏਕੜ 'ਚ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ 280 ਏਕੜ ਦੇ ਵਿੱਚ ਜਿਹੜੀਆਂ ਕੋਠੀਆਂ ਬਣੀਆਂ, ਉੱਥੇ ਪਲੇਗਰਾਊਂਡ ਬਣਿਆ, ਉੱਥੇ ਸਕੂਲ ਬਣਿਆ, ਉੱਥੇ ਸਟੇਡੀਅਮ ਬਣਿਆ, ਜਿੰਨੀ ਵੀ ਸਾਡੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ, DC SSP ਸੈਸ਼ਨ ਜੱਜ ਤੋਂ ਲੈ ਕੇ ਕਲਾਸ 4 ਦੇ ਜਿਹੜੇ EMPLOYEES ਹੈ
ਉਹ ਉਸ ਪਾਵਰ ਕਾਲੋਨੀ 'ਚ ਉਹਨਾਂ ਨੂੰ ਮੁੰਤਕਲ ਕਰ ਦਿੱਤਾ ਜਾਊਗਾ। ਪੰਜਾਬ ਸਰਕਾਰ ਦਾ ਹਰ ਇੱਕ ਮੁਲਾਜ਼ਮ ਉਹਦੇ ਵਿੱਚ ਅਕੋਮੋਡੇਸ਼ਨ ਹੈ, ਔਰ ਜੇ ਅਸੀਂ ਇਹ ਫੈਸਲਾ ਨਾ ਲੈਂਦੇ ਤਾਂ ਇਹ ਜਿਹੜੇ ਉੱਥੇ ਮਕਾਨ ਬਣੇ ਹੈ ਇਹ 2 4 5 10 ਸਾਲਾਂ ਬਾਅਦ ਇਹਨਾਂ ਨੇ ਖੰਡਰਾਤ ਬਣ ਜਾਣਾ ਸੀ। ਟੋਟਲ ਪੰਜਾਬ ਦੀ ਬਠਿੰਡੇ ਦੀ ਜਿਹੜੀ ਸਿਵਲ ਲਾਈਨਸ ਵੱਜਦੀ ਹੈ, ਜਿੱਥੇ ਸੜਕ ਮਹਿਕਮੇ ਦੇ ਜਿਹੜੇ ਜਿੰਨੇ ਵੀ ਐਡਮਿਨਿਸਟ੍ਰੇਟਿਵ ਸਟਾਫ ਹੈ, DC ਤੋਂ ਲੈ ਕੇ ਕਲਾਸ 4 ਤੱਕ, ਇਹ ਸਾਰੀ ਸਿਵਲ ਲਾਈਨ ਜਿਹੜੀ ਅਸੀਂ ਖਾਲੀ ਹੋ ਜਾਏਗੀ। ਤੇ ਜਿੰਨੀ ਪੁਲਿਸ ਲਾਈਨ ਹੈ, ਜਿੰਨੀ ਪੁਲਿਸ ਦੇ ਅਫਸਰ ਹੈ, ਉਹ ਵੀ ਸਾਰੇ ਉਸ ਪਾਵਰ ਕਾਲੋਨੀ 'ਚ ਆ ਜਾਣਗੇ। ਔਰ 65 ਏਕੜ ਜ਼ਮੀਨ ਜਿਹੜੀ ਹੈ, ਇਹ ਪੰਜਾਬ ਸਰਕਾਰ ਦੀ ਜ਼ਮੀਨ ਜਿਹੜੀ ਹੈ, ਇਹ ਸਾਡੇ ਸਿਟੀ ਸੈਂਟਰ ਵਾਸਤੇ, ਕਮਰਸ਼ੀਅਲ ਸੈਂਟਰ ਵਾਸਤੇ ਬਹੁਤ ਵਧੀਆ ਕੋਈ ਬਾਹਰਲੀ ਕੰਪਨੀ ਤੋਂ ਡਿਜ਼ਾਈਨ ਬਣਾ ਕੇ, ਜਿਹੜਾ ਕਿ ਬਠਿੰਡੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਸ ਕਿਸਮ ਦਾ ਜਿਹੜਾ ਸਿਟੀ ਪਲੈਨਿੰਗ ਨਹੀਂ ਹੋਏਗੀ, ਉੱਥੇ ਡਿਜ਼ਾਈਨ ਕਰਾਂਗੇ। ਸੋ ਮੈਂ ਤੁਹਾਡੇ ਜ਼ਰੀਏ ਅੱਜ ਇਹ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਨੇ ਇਹ ਐਜੀਟੇਸ਼ਨ ਲਾਂਚ ਕੀਤਾ ਹੈ ਕਿ ਜੇ ਬਠਿੰਡੇ ਦੀਆਂ ਝੀਲਾਂ ਪਾਣੀ ਦੀ ਸਪਲਾਈ ਬਣ ਜਾਣ ਤਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ। ਜੇ ਪਾਵਰ ਕਾਲੋਨੀ ਜਿਹੜੀ ਕਿ ਖਾਲੀ ਪਈ ਹੈ, ਉਹਦੇ ਸਾਡੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਸਾਰੀ ਉੱਥੇ ਚਲੀ ਜਾਂਦੀ ਹੈ, ਕਲਾਸ 4 ਤੱਕ ਉੱਥੇ ਚਲੇ ਜਾਂਦਾ, ਤਾਂ ਉਹ ਕਿਸੇ ਨੂੰ ਕੀ ਇਤਰਾਜ਼ ਹੈ। ਬਕਾਇਆ ਰਹਿ ਗਿਆ 1320 ਏਕੜ ਜ਼ਮੀਨ, ਜਿੱਥੇ ਕਿ ਥਰਮਲ ਪਲਾਂਟ ਲੱਗਿਆ ਸੀ, ਐਸ਼ ਡਾਈਕਸ ਵਗੈਰਾ ਵਗੈਰਾ ਵਗੈਰਾ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹ ਸਾਰੀ ਜ਼ਮੀਨ ਜਿਹੜੀ ਹੈ, ਇਹਦੇ ਤੇ ਇੰਡਸਟਰੀਅਲ ਪਾਰਕ ਬਣੇਗਾ, ਕਾਰੋਬਾਰ ਦਾ ਪਹੀਆ ਜਿਹੜਾ ਹੈ ਇੱਕ ਵਾਰੀ ਫੇਰ ਚੱਲੇਗਾ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਚੀਨ ਤੋਂ ਇੰਡਸਟਰੀ ਟੁੱਟ ਕੇ ਆ ਰਹੀ ਹੈ ਔਰ ਉਹ ਹਿੰਦੁਸਤਾਨ 'ਚ ਆਪਣੇ ਆਪ ਨੂੰ ਪਾਰਕ ਕਰਨਾ ਚਾਹੁੰਦੀ ਹੈ, ਤਾਂ ਪੰਜਾਬ ਵੀ ਇੱਕ ਐਸਾ ਡੈਸਟੀਨੇਸ਼ਨ ਹੋਏਗਾ ਜਿੱਥੇ ਕਿ ਇੰਡਸਟਰੀਅਲ ਡਿਵੈਲਪਮੈਂਟ ਹੋ ਸਕੇ। ਔਰ ਜਿੰਨੇ ਬੰਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 1000 ਬੰਦਾ ਥਰਮਲ ਪਲਾਂਟ 'ਚ ਰੈਗੂਲਰ ਕੰਮ ਕਰਦਾ ਸੀ ਔਰ ਤਕਰੀਬਨ 1000 ਜਿਹੜਾ ਆਊਟਸੋਰਸ ਤੇ ਕੰਟਰੈਕਟ ਸੀ। ਮੈਂ ਵਸੂਕ ਨਾ ਕਹਿ ਸਕਦਾ, ਮੈਂ ਕਿਸੇ ਸਿਆਸੀ ਸ਼ੋਖਾਬਾਜ਼ੀ ਨਾਲ ਇਹ ਗੱਲ ਨਹੀਂ ਕਹਿ ਰਿਹਾ ਕਿ ਇਦੋਂ ਘੱਟੋ ਘੱਟ ਵੀ 50 ਗੁਣਾ 50,000 ਬੰਦਾ ਜਦੋਂ ਇਹ ਇੰਡਸਟਰੀਅਲ ਪਾਰਕ ਡਿਵੈਲਪ ਹੋ ਜਾਂਦਾ, ਚਾਹੇ ਉਹ ਫਾਰਮਾ ਪਾਰਕ ਦੀ ਸ਼ਕਲ 'ਚ ਆਵੇ ਜਾਂ ਹੋਰ ਕਿਸੇ ਪਾਰਕ ਦੀ ਸ਼ਕਲ 'ਚ ਆਵੇ, ਤਾਂ ਬਠਿੰਡੇ ਦੇ ਲੋਕ ਜਿਹੜੇ ਕਿ ਕਾਰੋਬਾਰੀ ਲੋਕ ਹੈ, ਇਹ ਬਠਿੰਡੇ ਸ਼ਹਿਰ ਨੂੰ ਔਰ ਉਸ ਇਲਾਕੇ ਨੂੰ ਇੱਕ ਬਹੁਤ ਵੱਡਾ ਵਰਦਾਨ ਸਾਬਤ ਹੋਏਗਾ। ਬਠਿੰਡਾ ਸ਼ਹਿਰ ਤੁਸੀਂ ਜਾਣਦੇ ਹੋ, ਇੱਕ ਐਜੂਕੇਸ਼ਨ ਦਾ ਹੱਬ ਬਣ ਚੁੱਕਿਆ ਹੈ, ਇੱਕ ਮੈਡੀਸਨ ਦਾ ਹੱਬ ਬਣ ਚੁੱਕਿਆ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਬਠਿੰਡਾ ਸ਼ਹਿਰ ਇੱਕ ਇੰਡਸਟਰੀ ਦਾ ਹੱਬ ਬਣੇ। ਸੋ ਇਹ ਗੱਲ ਕਹਿਣੀ ਕਿ ਇਹਦੇ ਨਾਲ ਕੋਈ ਪੰਜਾਬ ਦੇ ਹਿੱਤ ਜਿਹੜੇ ਹੈ ਉਹਦੇ ਨਾਲ ਕੋਈ ਧਰੋਹ ਕੀਤਾ ਹੈ ਜਾਂ ਅਸੀਂ ਕੋਈ ਮਿਸ ਜੱਜਮੈਂਟ ਕਰ ਲਈ ਹੈ ਕਿ ਇਹ ਪਾਵਰ ਪਲਾਂਟ ਬੰਦ ਨਹੀਂ ਹੋਣਾ ਚਾਹੀਦਾ ਸੀ ਔਰ ਇਹਦੀ ਜਗ੍ਹਾ ਕੋਈ ਨਵੀਂ ਡਿਵੈਲਪਮੈਂਟ ਹੋਰ ਨਾ ਹੋਵੇ, ਤਾਂ ਮੈਂ ਸਮਝਦਾ ਇਹ ਬੇਬੁਨਿਆਦ ਹੈ। ਇਹ ਮੁਖਤਸਰ ਜਿਹਾ ਮੇਰਾ ਇੱਕ ਬਿਆਨ ਸੀ ਪਾਵਰ ਪਲਾਂਟ ਦੇ ਹਵਾਲੇ।